ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਬਹੁਤੀਆਂ ਥਾਵਾਂ ਦੇ ਉੱਤੇ ਸਾਫ਼ ਰਿਹਾ, ਪਰ ਤਾਪਮਾਨ ਪਿਛਲੇ ਹਫ਼ਤੇ ਦੇ ਮੁਕਾਬਲਤਨ ਕਾਫੀ ਗਿਰਾਵਟ ਦੇ ਵੱਲ ਹੈ। ਪਹਿਲਾਂ 43-44 ਤੱਕ ਸੀ, ਹੁਣ 36 ਤੋਂ ਲੈ ਕੇ 38 ਡਿਗਰੀ ਤੱਕ ਪੰਜਾਬ ਦੇ ਵਿੱਚ ਦਰਜ ਕੀਤਾ ਗਿਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਅੱਜ ਤੇ ਭਲਕ ਨੂੰ ਯਾਨੀ ਕਿ 2 ਦਿਨ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਪੂਰੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਉਸ ਤੋਂ ਬਾਅਦ 4-5 ਦਿਨ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਗੱਲ ਕਹੀ ਗਈ ਹੈ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ ਮੀਂਹ ਪੈਣ ਦੀ ਭਵਿੱਖਬਾਣੀ ਹੈ, ਪਰ ਜੋ ਗੱਲ ਕਹੀ ਗਈ ਹੈ ਇਹ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ ਇਹ ਵਕਤ ਦੱਸੂਗਾ, ਕਿਉਂਕਿ ਮੌਸਮ ਵਿਭਾਗ ਦੇ ਅੰਦਾਜ਼ਿਆਂ ਦੇ ਉੱਤੇ ਬਹੁਤਾ ਅੱਖਾਂ ਬੰਦ ਕਰਕੇ ਯਕੀਨ ਕਰਨਾ ਨਹੀਂ ਬਣਦਾ, ਕਿਉਂਕਿ ਕਈ ਵਾਰ ਜੋ ਕੁਝ ਕਿਹਾ ਹੁੰਦਾ ਉਹਦੇ ਉਲਟ ਵੀ ਹੋ ਜਾਂਦਾ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹਦੇ ਵੱਲ ਜਾਣ ਤੋਂ ਪਹਿਲਾਂ ਇੱਕ ਪੰਜਾਬ ਦੇ ਵਿੱਚ ਜੋ ਹੱਕ ਮੰਗਦੇ ਲੋਕਾਂ ਦੇ ਉੱਤੇ ਡਾਂਗ ਵਾਹੀ ਜਾ ਰਹੀ ਹੈ ਉਹਦੀ ਨਿਖੇਧੀ ਵੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਮੋਤੀ ਮਹਿਲ ਦਾ ਘਿਰਾਓ ਕਰਨ ਦੇ ਲਈ ਬੇਰੁਜ਼ਗਾਰ ਈਟੀਟੀ ਤੇ ਟੈਟ ਪਾਸ ਅਧਿਆਪਕ ਜਿਹੜੇ ਉਹ ਗਏ ਸੀਗੇ, ਉੱਥੇ ਪੁਲਿਸ ਦੇ ਵੱਲੋਂ ਛੱਲੀਆਂ ਵਾਂਗ ਇਹਨਾਂ ਨੂੰ ਕੁੱਟਿਆ ਗਿਆ। ਜਿਸ ਤਰੀਕੇ ਦੇ ਨਾਲ 150 ਦੇ ਕਰੀਬ ਜਿਹੜੇ ਇਹ ਬੇਰੁਜ਼ਗਾਰ ਆ ਕਾਰਕੁਨ ਜਿਹੜੇ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਜਿਵੇਂ ਕੁੜੀਆਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਤੇ ਬੱਸਾਂ ਦੇ ਵਿੱਚ ਸੁੱਟਿਆ ਗਿਆ, ਜਿਸ ਤਰੀਕੇ ਦੇ ਨਾਲ ਅੰਨ੍ਹੇਵਾਹ ਡਾਂਗ ਵਾਹੀ ਗਈ ਹੈ। ਦੁੱਖ ਹੁੰਦਾ ਇਹਨਾਂ ਗੱਲਾਂ ਬਾਰੇ ਜਾਣ ਕੇ। ਘਰ ਘਰ ਰੁਜ਼ਗਾਰ ਦੇਵਾਂਗੇ, ਸੂਬੇ ਦੀ ਸਰਕਾਰ ਇਹ ਗੱਲ ਕਹਿ ਕੇ ਆਈ ਸੀ ਸੱਤਾ ਦੇ ਵਿੱਚ, ਪਰ ਘਰ ਘਰ ਰੁਜ਼ਗਾਰ ਕਿੱਥੇ ਮਿਲਿਆ? ਤੁਹਾਡੇ ਪਿੰਡ ਦੇ ਵਿੱਚ ਤੁਸੀਂ ਜਿਹੜੇ ਵੀ ਪਿੰਡ ਦੇ ਵਾਸੀ ਹੋ ਆਪਦੇ ਪਿੰਡ ਦੇ ਬਾਬਤ ਜਾਣਕਾਰੀ ਦੇ ਦਿਓ ਵੀ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਜਣਿਆਂ ਨੂੰ ਘਰ ਘਰ ਰੁਜ਼ਗਾਰ ਸਕੀਮ ਦੇ ਤਹਿਤ ਰੁਜ਼ਗਾਰ ਮਿਲਿਆ, ਰੁਜ਼ਗਾਰ ਮੇਲੇ ਲੱਗੇ, ਉਹਨਾਂ ਦਾ ਕਿੰਨਾ ਕੁ ਵਧੀਆ ਰੂਪ ਸਾਹਮਣੇ ਆਇਆ, ਕਿੰਨੇ ਕੁ ਉਹਦੇ ਲਾਭ ਹੋਏ ਆ, ਕਿੰਨੇ ਕੁ ਲੋਕਾਂ ਦੀ ਬੇਰੁਜ਼ਗਾਰੀ ਤੋਂ ਖਹਿੜਾ ਛੁੱਟਿਆ, ਜੂਨ ਉਹਨਾਂ ਦੀ ਸੁਧਰੀ ਹੈਗੀ ਹੈ। ਸੋ ਸਾਰਾ ਕੁਝ ਜਾਣਦੇ ਆ। ਮੈਂ ਕਦੇ ਇਸ ਗੱਲ ਦੇ ਉੱਤੇ ਹੈਰਾਨ ਹੁੰਦਾ ਬਈ ਜੇ ਤਾਂ ਕਿਸੇ MLA ਦੇ ਧੀ ਜਾਂ ਪੁੱਤ ਨੂੰ ਨੌਕਰੀ ਦੇਣੀ ਹੋਵੇ, ਕਹਿ ਦਿੰਦੇ ਜੀ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦੇਣ ਲੱਗੇ ਆ, ਜਿਨ੍ਹਾਂ ਨੂੰ 3-3 4-4 5-5 ਪੈਨਸ਼ਨਾਂ ਪਹਿਲਾਂ ਹੀ ਮਿਲਦੀਆਂ, ਕਦੇ ਵਿਧਾਇਕ ਬਣਦੀਆਂ, ਕਦੇ ਮੰਤਰੀ ਬਣਦੀਆਂ, ਕਦੇ MP ਬਣਦੀਆਂ, ਪੈਨਸ਼ਨਾਂ ਮਿਲਦੀਆਂ। ਉਹਨਾਂ ਦੇ ਉੱਤੇ ਤਰਸ ਖਾ ਕੇ ਉਹਨਾਂ ਦੇ ਧੀਆਂ ਪੁੱਤਾਂ ਨੂੰ ਕਹਿੰਦੇ ਜੀ ਅਸੀਂ ਰੁਜ਼ਗਾਰ ਦੇਵਾਂਗੇ, ਕਿਸੇ ਨੂੰ DSP ਲਾ ਦਿਓ, ਕਿਸੇ ਨੂੰ ਤਹਿਸੀਲਦਾਰ ਲਾ ਦਿਓ, ਕਿਸੇ ਨੂੰ ਕੁਛ ਲਾ ਦਿਓ, ਕਿਸੇ ਨੂੰ ਕੁਛ ਲਾ ਦਿਓ। ਪਰ ਜਿਹੜੇ ਯੋਗਤਾ ਮੁਤਾਬਕ ਲਗਾਤਾਰ ਹੱਕ ਮੰਗ ਰਹੇ ਆ ਕਿ ਸਾਨੂੰ ਕੱਚਿਆਂ ਨੂੰ ਪੱਕੇ ਕਰ ਦਿਓ ਜਾਂ ਸਾਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਓ, ਉਹਨਾਂ ਨੂੰ ਯੋਗਤਾ ਦੇ ਮੁਤਾਬਕ ਰੁਜ਼ਗਾਰ ਨਹੀਂ ਮਿਲਦਾ। ਉਹਨਾਂ ਦੇ ਉੱਤੇ ਤਰਸ ਕਿਹੜੀ ਗੱਲੋਂ ਨਹੀਂ ਆ ਰਿਹਾ? ਸਵਾਲਾਂ ਦਾ ਸਵਾਲ ਇਹ ਹੈਗਾ, ਜਦੋਂ 87 ਦਿਨ ਤੋਂ ਲਗਾਤਾਰ ਟਾਵਰ ਦੇ ਉੱਤੇ ਬੈਠਾ ਹੋਵੇ, 200 ਤੇ 80 ਫੁੱਟ ਉੱਚੇ ਟਾਵਰ ਦੇ ਉੱਤੇ ਸੁਰਿੰਦਰਪਾਲ ਨਾਂ ਦਾ ਨੌਜਵਾਨ, ਜਿਹੜਾ ਕਿ ਇਸ ਕਰਕੇ ਬੈਠਾ ਹੋਵੇ ਕਿ ਮੈਂ ETT ਵੀ ਪਾਸ ਕੀਤੀ ਹੈ, B.Ed ਵੀ ਪਾਸ ਕੀਤੀ ਹੈ, ਟਿਟ ਦਾ ਟੈਸਟ ਵੀ ਪਾਸ ਕੀਤਾ, ਉਹ ਮੋਤੀ ਮਹਿਲ ਉੱਥੇ ਬੈਠ ਕੇ ਟਾਵਰ ਦੇ ਉੱਤੇ ਦੇਖ ਰਿਹਾ ਤੇ ਉਹਦੇ ਕੋਲੇ ਖਾਣ ਪੀਣ ਨੂੰ ਵੀ ਕੁਛ ਨਹੀਂ ਗਾ। ਉਹ ਇਸ ਵਕਤ ਸਿਰਫ ਬਿਸਕੁਟ ਤੇ ਪਾਣੀ ਦੇ ਨਾਲ ਗੁਜ਼ਾਰਾ ਕਰ ਰਿਹਾ। ਇੰਨੀ ਤਿੱਖੀ ਧੁੱਪ ਦੇ ਵਿੱਚ ਉਹਦੀ ਚਮੜੀ ਹੈ ਜਿਹੜੀ ਉਹ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ, ਉਹਦਾ ਭਾਰ ਬਹੁਤ ਘਟ ਗਿਆ। ਉਹ ਇਸ ਕਰਕੇ ਬੈਠਾ ਹੈਗਾ ਉੱਥੇ ਲੀਲਾ ਟਾਵਰ ਦੇ ਉੱਤੇ, ਲੀਲਾ ਭਵਨ ਦੇ ਟਾਵਰ ਦੇ ਉੱਤੇ ਪਟਿਆਲੇ ਦੇ ਵਿੱਚ, ਕਹਿੰਦਾ ਮੈਨੂੰ ਇੱਥੇ ਬੈਠੇ ਨੂੰ ਮੋਤੀ ਮਹਿਲ ਦਿਸਦਾ ਤੇ ਕੀ ਪਤਾ ਮੋਤੀ ਮਹਿਲ ਵਾਲਿਆਂ ਦੀ ਨਿਗਾਹ ਮੇਰੇ ਉੱਤੇ ਵੀ ਪੈ ਜੇ, ਪਰ ਹਾਲੇ ਤੱਕ ਪਈ ਨਹੀਂ। ਸਗੋਂ ਜਿਹੜੇ ਵੀ ਮੋਤੀ ਮਹਿਲ ਦੇ ਵੱਲ ਗਏ ਆ ਰੁਜ਼ਗਾਰ ਮੰਗਣ ਦੇ ਲਈ, ਉਹਦੇ ਭੈਣਾਂ ਵੀਰ ਉਹਨਾਂ ਦੇ ਉੱਤੇ ਡਾਂਗ ਇੱਦਾਂ ਵਾਹੀ ਗਈ ਆ ਵੀ ਜਿਵੇਂ ਉਹ ਕੋਈ ਤਾਲਿਬਾਨੀ ਹਮਲਾ ਕਰਨ ਆਏ ਹੋਣ। ਸੋ ਚਾਹੀਦਾ ਇਹ ਆ ਕਿ ਸੱਚੀ ਮੁੱਚੀ ਰੁਜ਼ਗਾਰ ਦਿੱਤਾ ਜਾਵੇ। ਸਰਕਾਰਾਂ ਹਕੂਮਤਾਂ ਬਹੁਤ ਕੁਝ ਕਹਿਣਗੀਆਂ ਪਰ ਉਹਨਾਂ ਦੇ ਵੱਲੋਂ ਕਦੇ ਅਮਲ ਨਹੀਂ ਕੀਤਾ ਜਾਂਦਾ। ਜਿਹੜੇ ਸੂਬੇ ਦੇ ਵਿੱਚ ਕੁੜੀਆਂ ਦੇ ਵਾਲ ਫੜ ਕੇ ਘੜੀਸ ਕੇ ਕੁੱਟਿਆ ਜਾਂਦਾ, ਉਸੇ ਸੂਬੇ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਬੱਚਿਆਂ ਨੂੰ ਬਚਾਉਣ ਦੇ ਲਈ ਬੜਾ ਕੁਝ ਕਰਦੇ ਹਾਂ, ਅਸੀਂ ਧੀਆਂ ਧਿਆਣੀਆਂ ਦੀ ਸ਼ਗਨ ਸਕੀਮ ਦੇ ਲਈ ਆਹ ਕੁਝ ਕਰਦੇ ਹਾਂ। ਇਹ ਸਾਡੀਆਂ ਸਰਕਾਰਾਂ ਦਾ ਉਹ ਚਿਹਰਾ ਜਿਹਦੇ ਬਾਬਤ ਲੋਕਾਂ ਨੂੰ ਜਾਣਕਾਰੀ ਤਾਂ ਹੋ ਜਾਂਦੀ ਹੈ, ਪਰ ਮੌਕੇ ਦੇ ਉੱਤੇ ਲੋਕ ਫਿਰ ਭੁੱਲ ਭੁਲਾ ਜਾਂਦੇ ਆ। ਅਸੀਂ ਚਾਹੁੰਦੇ ਹਾਂ ਵੀ ਜਿੰਨੇ ਵੀ ਲੋਕ ਯੋਗਤਾ ਮੁਤਾਬਕ ਆ ਉਹਨਾਂ ਨੂੰ ਬਣਦੀ ਨੌਕਰੀ ਦਿੱਤੀ ਜਾਵੇ, ਕੱਚਿਆਂ ਨੂੰ ਪੱਕੇ ਕੀਤਾ ਜਾਵੇ। ਜੋ ਪਹਿਲਾਂ ਵਾਅਦੇ ਕੀਤੇ ਗਏ ਆ ਉਹ ਤਾਂ ਜ਼ਰੂਰ ਪੂਰੇ ਕੀਤੇ ਜਾਣ, ਪਰ ਹਾਲੇ ਤੱਕ ਹੁੰਦੇ ਪ੍ਰਤੀਤ ਨਹੀਂ ਹੁੰਦੇ। ਉਸ ਤੋਂ ਅਗਲੀ ਗੱਲ ਇਹ ਹੈ ਵੀ ਧਰਮ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਝੇੜੇ ਬਹੁਤ ਆ। ਜੇ ਕਿਸੇ ਦੇ ਧਰਮ ਦੇ ਉੱਤੇ ਟਿੱਪਣੀ ਕਰਗੇ, ਧਰਮ ਦੇ ਉੱਤੇ ਟਿੱਪਣੀ ਨਾ ਵੀ ਕਰਗੇ, ਉਸ ਧਰਮ ਵਿਚਲੀਆਂ ਅਲਾਮਤਾਂ ਦੇ ਉੱਤੇ ਟਿੱਪਣੀ ਕਰਗੇ ਤਾਂ ਲੋਕ ਲੀੜੇ ਪਾੜਨ ਨੂੰ ਫਿਰਦੇ ਆ। ਸੰਜੇ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਨੇਤਾ, ਉਹਨਾਂ ਨੇ ਰਾਮ ਜਨਮ ਭੂਮੀ ਟਰਸਟ ਆ ਜਿਹੜਾ ਉਹਦੇ ਵੱਲੋਂ ਜੋ ਜ਼ਮੀਨ ਖਰੀਦੀ ਗਈ ਆ ਉਹਦੇ ਵਿੱਚ ਘਪਲੇਬਾਜ਼ੀ ਦੇ ਦੋਸ਼ ਲਾਏ। ਉਹਨਾਂ ਦੇ ਘਰ ਦੇ ਮੂਹਰੇ ਆ ਕੇ ਕਾਲਖ ਮਿਲਤੀ, ਉਹਨਾਂ ਦਾ ਪੁਤਲਾ ਫੂਕਤਾ। ਯਾਨੀ ਕਿ ਇਸ ਵਕਤ ਧਰਮ ਦੇ ਰੰਗ ਦੇ ਵਿੱਚ ਰੰਗੇ ਹੋਏ ਲੋਕ ਇਹ ਗੱਲ ਸੁਣ ਕੇ ਹੀ ਨਹੀਂ ਰਾਜ਼ੀ ਕਿ ਸਾਡੇ ਧਰਮ ਦੇ ਨਾਂ ਦੇ ਉੱਤੇ ਕਿਸੇ ਦੇ ਵੱਲੋਂ ਘਪਲਾ ਵੀ ਕੀਤਾ ਗਿਆ ਹੋ ਸਕਦਾ। ਜੇਕਰ ਦੋਸ਼ ਲੱਗੇ ਆ ਤੁਸੀਂ ਸਾਹਮਣੇ ਆ ਕੇ ਦੋਸ਼ਾਂ ਦਾ ਉੱਤਰ ਦਿਓ। ਇਹਦਾ ਮਤਲਬ ਇਉਂ ਥੋੜ੍ਹੀ ਆ ਕਿ ਬੰਦੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਓ ਵੀ ਇਹਨੇ ਦੋਸ਼ ਕਿਹੜੀ ਗੱਲੋਂ ਲਾਏ ਆ। ਭਾਵੇਂ ਇਹ ਸਿੱਖ ਧਰਮ ਦੀ ਗੱਲ ਹੋਵੇ, ਭਾਵੇਂ ਮੁਸਲਮਾਨ ਧਰਮ ਦੀ ਗੱਲ ਹੋਵੇ, ਭਾਵੇਂ ਹਿੰਦੂ ਧਰਮ ਦੀ ਗੱਲ ਆ, ਭਾਵੇਂ ਕਿਸੇ ਵੀ ਹੋਰ ਧਰਮ ਦੀ ਗੱਲ ਆ, ਦੋਸ਼ ਤਾਂ ਦੋਸ਼ ਆ।
ਦੋਸ਼ਾਂ ਦਾ ਉੱਤਰ ਤਰਕ ਦੇ ਨਾਲ ਦਿਓ, ਤੱਥਾਂ ਸਮੇਤ ਗੱਲ ਕਰੋ, ਨਾ ਕਿ ਲੀੜੇ ਪਾੜਦੇ ਆਪਾਂ ਸ਼ੁਰੂ ਕਰ ਦੇਗੇ। ਇਹ ਬੜੀ ਮਾੜੀ ਗੱਲ ਹੈ। ਇਹ ਸਾਡੇ ਭਾਰਤੀਆਂ ਦੇ ਹਿੱਸੇ ਦੇ ਵਿੱਚ ਹੀ ਆਈ ਹੈ ਤੇ ਇਹਨਾਂ ਗੱਲਾਂ ਦੇ ਕਰਕੇ ਅਸੀਂ ਕਿੱਥੋਂ ਤੁਰੇ ਤੇ ਅੱਜ ਕਿੱਥੇ ਖੜੇ ਆ, ਇਹਦੇ ਬਾਬਤ ਪਤਾ ਹੋਣਾ ਚਾਹੀਦਾ। ਪਰ ਇੱਕ ਗੱਲ ਹੋਰ ਆ ਵੀ ਕੁੰਭ ਦੇ ਮੇਲੇ ਦੇ ਉੱਤੇ ਵੀ ਸਵਾਲ ਉੱਠ ਖੜੇ ਆ। ਕੁੰਭ ਦੇ ਮੇਲੇ ਦੇ ਵਿੱਚ ਜੋ ਸ਼ਰਧਾਲੂ ਗਏ ਉਦੋਂ ਸਵਾਲ ਬੜੇ ਉੱਠੇ ਜੀ ਕਿ ਇਕੱਠ ਨਹੀਂ ਹੋਣਾ ਚਾਹੀਦਾ। ਉਦੋਂ ਰਾਮਦੇਵ ਨੇ ਤੇ ਕਈਆਂ ਹੋਰਨਾਂ ਨੇ ਕਿਹਾ ਕਿ ਜੀ ਇਹ ਤਾਂ ਧਰਮ ਦੇ ਉੱਤੇ ਹਮਲਾ। ਉਦੋਂ ਧਰਮ ਦੇ ਉੱਤੇ ਹਮਲਾ ਨਹੀਂ ਸੀਗਾ, ਉਦੋਂ ਇਕੱਠ ਦੇ ਉੱਤੇ ਸ਼ਬਦਕ ਵਾਰ ਸੀ। ਸ਼ਬਦਕ ਹਮਲਾ ਇਕੱਠ ਦੇ ਉੱਤੇ ਸੀ ਵੀ ਇਕੱਠ ਨਹੀਂ ਕਰਨਾ ਚਾਹੀਦਾ ਕਰੋਨਾ ਦੀ ਦੂਜੀ ਲਹਿਰ ਦੇ ਵਿੱਚ। ਪਰ ਹੁਣ ਪਤਾ ਲੱਗਾ ਜੀ ਕਿ ਕੁੰਭ ਦੇ ਮੇਲੇ ਦੇ ਵਿੱਚ ਜੋ ਇਹ ਗੱਲ ਕਹੀ ਗਈ ਸੀ ਕਿ ਜਿਹਦੇ ਕੋਲੇ ਕਰੋਨਾ ਨੈਗੇਟਿਵ ਰਿਪੋਰਟ ਆ ਉਹੀ ਕੁੰਭ ਦੇ ਖੇਤਰ ਦੇ ਵਿੱਚ ਜਾਊਗਾ, ਪਰ ਇੱਥੇ ਫਰਜ਼ੀ ਬਹੁਤ ਰਿਪੋਰਟਾਂ ਆਈਆਂ। ਇੱਥੇ ਨੈਗੇਟਿਵ ਰਿਪੋਰਟਾਂ ਜਿੱਥੋਂ ਮਰਜ਼ੀ ਬਣਾ ਕੇ ਸ਼ਰਧਾਲੂ ਲੈ ਗਏ। 1 ਲੱਖ ਦੇ ਕਰੀਬ ਰਿਪੋਰਟਾਂ ਇਹੋ ਜਿਹੀਆਂ ਜਿਹੜੀਆਂ ਕਿ ਫਰਜ਼ੀ ਨਿਕਲੀਆਂ। 1 ਲੱਖ ਦੇ ਕਰੀਬ ਰਿਪੋਰਟਾਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਮੋਬਾਈਲ ਨੰਬਰ ਬੰਦ ਆ, ਕਈਆਂ ਦੇ ਆਧਾਰ ਕਾਰਡ ਨਕਲੀ ਨਿਕਲੇ ਆ, ਕਈਆਂ ਦੇ ਪਤੇ ਟਿਕਾਣੇ ਨਕਲੀ ਨਿਕਲੇ ਆ। ਤੇ ਇਹੋ ਜਿਹੀਆਂ ਵੀ ਰਿਪੋਰਟਾਂ ਹੈਗੀਆਂ ਵੀ ਇੱਕ ਮੋਬਾਈਲ ਨੰਬਰ ਦੇ ਉੱਤੇ 50-50 ਦਾ ਵੇਰਵਾ। ਮੰਨ ਲਓ ਕਿ ਆਪਾਂ ਸਾਰੇ ਜਣਿਆਂ ਨੇ 40-50 ਜਣਿਆਂ ਨੇ ਇੱਕ ਰਿਪੋਰਟ ਕਰਵਾਈ, ਇੱਕੋ ਨੰਬਰ ਦੇ ਉੱਤੇ ਹੀ ਉਹਦਾ ਰਿਜ਼ਲਟ ਆਇਆ ਤੇ ਬਾਅਦ ਦੇ ਵਿੱਚ ਉਹ ਅੱਗੇ ਸੌਂਪ ਦਿੱਤੀ ਗਈ ਹੈ। ਤੇ ਹੁਣ ਜਦੋਂ ਪਤਾ ਕੀਤਾ ਜਾਂਦਾ, ਨਾ ਲੈਬੋਰਟਰੀ ਦਾ ਪਤਾ, ਨਾ ਮੋਬਾਈਲ ਨੰਬਰ ਦਾ ਪਤਾ, ਨਾ ਪਤਾ ਟਿਕਾਣਾ ਉਹ ਘਰ ਦਾ ਕਿੱਥੇ ਰਹਿਣ ਵਾਲੇ ਆ। ਸੋ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਪਤਾ ਲੱਗਦੀ। ਹੁਣ ਕਹੋ ਵੀ ਭਾਈ ਇਹ ਧਰਮ ਦੇ ਉੱਤੇ ਵਾਰ ਆ। ਇਹ ਧਰਮ ਦੇ ਉੱਤੇ ਵਾਰ ਨਹੀਂ, ਇਹ ਇਸ ਵਕਤ ਧਰਮ ਦੇ ਨਾਂ ਦੇ ਉੱਤੇ ਖੱਟੀ ਖੱਟਣ ਵਾਲੇ ਲੋਕਾਂ ਦੇ ਉੱਤੇ ਵਾਰ ਆ। ਧਰਮ ਦਾ ਸਤਿਕਾਰ ਸਾਰੇ ਕਰਦੇ, ਅਸੀਂ ਵੀ ਕਰਦੇ ਆ। ਪਰ ਜਿਹੜੀ ਹੁਣ ਰਾਮ ਜਨਮ ਭੂਮੀ ਦੇ ਵਿੱਚ ਬਹੁਤ ਵੱਡੀ ਹੇਰਾਫੇਰੀ ਦੀ ਖਬਰ ਆਈ ਹੈ। ਪਤਾ ਲੱਗਾ ਕਿ ਟਰਸਟ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਤੇ RSS ਨੂੰ ਰਿਪੋਰਟ ਭੇਜੀ ਗਈ ਹੈ ਵੀ ਭਾਈ ਅਸੀਂ ਕੋਈ ਹੇਰਾਫੇਰੀ ਨਹੀਂ ਕੀਤੀ, ਇਹ ਤਾਂ ਸਾਨੂੰ ਜਾਣਬੁੱਝ ਕੇ ਉਲਝਾਇਆ ਜਾ ਰਿਹਾ। ਅਸੀਂ ਜ਼ਮੀਨ ਖਰੀਦੀ ਪਾਰਦਰਸ਼ੀ ਤਰੀਕੇ ਦੇ ਨਾਲ, ਭੁਗਤਾਨ ਕੀਤਾ ਪਾਰਦਰਸ਼ੀ ਤਰੀਕੇ ਦੇ ਨਾਲ, ਤੇ ਜਾਣਬੁੱਝ ਕੇ ਇਸ ਵਿਸ਼ੇ ਨੂੰ ਲਮਕਾਇਆ ਜਾ ਰਿਹਾ, ਭੜਕਾਇਆ ਜਾ ਰਿਹਾ ਤੇ ਪੜੁੱਲ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਾ ਚੜ੍ਹਿਆ ਹੋਇਆ। ਪਹਿਲਾਂ ਰਾਜਨੀਤੀ ਰਾਮ ਮੰਦਿਰ ਦੀ ਜ਼ਮੀਨ ਨੂੰ ਲੈ ਕੇ ਸੀ। ਹੁਣ ਅਯੋਧਿਆ ਦੇ ਵਿੱਚ ਰਾਮ ਮੰਦਿਰ ਬਣਨ ਦਾ ਕੰਮ ਸ਼ੁਰੂ ਹੋ ਗਿਆ ਤਾਂ ਵਿਵਾਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰਸਟ ਵੱਲੋਂ ਮੰਦਿਰ ਦੇ ਲਈ ਖਰੀਦੀ ਗਈ ਜ਼ਮੀਨ ਦੇ ਉੱਤੇ ਖੜਾ ਹੋ ਗਿਆ। ਸਾਰੀਆਂ ਵਿਰੋਧੀ ਪਾਰਟੀਆਂ ਜ਼ਮੀਨ ਖਰੀਦ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾ ਰਹੀਆਂ ਨੇ ਤੇ ਟਰਸਟ ਇਸ ਵਕਤ ਘਿਰਿਆ ਹੋਇਆ। ਇਹਨਾਂ ਦੋਸ਼ਾਂ ਦੇ ਵਿੱਚ ਟਰਸਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਭੇਜੀ ਗਈ ਹੈ ਤੇ ਟਰਸਟ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਸ ਦੇ ਖਿਲਾਫ ਰਾਜਨੀਤਿਕ ਸਾਜ਼ਿਸ਼ ਕੀਤੀ ਗਈ ਹੈ। ਇੱਥੇ ਕੋਈ ਵੀ ਘੁਟਾਲਾ ਨਹੀਂ ਹੋਇਆ। ਟਰਸਟ ਨੇ ਭਾਜਪਾ ਤੇ ਸੰਘ ਨੂੰ ਜਿਹੜੀ ਰਿਪੋਰਟ ਭੇਜੀ ਹੈ ਇਹਦੇ ਵਿੱਚ ਗੱਲ ਕਹੀ ਗਈ ਹੈ ਕਿ ਜ਼ਮੀਨ ਖਰੀਦ ਦੇ ਮੁਤਲਕ ਪੂਰੀ ਜਾਣਕਾਰੀ ਦਿੱਤੀ ਗਈ ਹੈ। ਟਰਸਟ ਨੇ ਜ਼ਮੀਨ ਖਰੀਦ ਨੂੰ ਲੈ ਕੇ ਫੈਕਟ ਵੀ ਜਾਰੀ ਕੀਤੇ ਨੇ। ਟਰਸਟ ਨੇ ਇਹ ਦਾਅਵਾ ਕੀਤਾ ਕਿ ਜੋ ਜ਼ਮੀਨ ਲਈ ਗਈ ਹੈ ਉਹ ਪ੍ਰਾਈਮ ਲੋਕੇਸ਼ਨ ਦੇ ਉੱਤੇ ਹੈ, ਇਸ ਕਰਕੇ ਉਹਦੀ ਕੀਮਤ ਜ਼ਿਆਦਾ ਹੈ। ਜ਼ਮੀਨ ਦੀ ਕੀਮਤ 1423 ਰੁਪਏ ਪ੍ਰਤੀ ਵਰਗ ਫੁੱਟ ਹੈ, ਜੋ ਨੇੜਲੇ ਇਲਾਕਿਆਂ ਦੀ ਜ਼ਮੀਨ ਦੇ ਮੌਜੂਦਾ ਭਾਅ ਤੋਂ ਕਾਫੀ ਘੱਟ ਹੈ। ਟਰਸਟ ਨੇ ਇਹ ਗੱਲ ਕਹੀ ਹੈ ਕਿ ਇਸ ਜ਼ਮੀਨ ਦੀ ਡੀਲ ਨੂੰ ਲੈ ਕੇ 10 ਸਾਲ ਤੋਂ ਗੱਲ ਚੱਲ ਰਹੀ ਸੀ। ਇਹਦੇ ਵਿੱਚ 9 ਲੋਕ ਸ਼ਾਮਲ ਸਨ। ਪਹਿਲਾਂ ਹੀ ਇਹ ਤੈਅ ਕੀਤਾ ਗਿਆ ਸੀ ਕਿ ਭੁਗਤਾਨ ਸਿੱਧਾ ਖਾਤੇ ਦੇ ਵਿੱਚ ਹੀ ਕੀਤਾ ਜਾਊਗਾ ਤੇ ਬਿਲਕੁਲ ਇਦਾਂ ਹੀ ਸਾਡੇ ਵੱਲੋਂ ਕੀਤਾ ਗਿਆ। ਟਰਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇਹ ਗੱਲ ਕਹੀ ਹੈ ਕਿ ਜ਼ਮੀਨ ਦੇ ਮਾਲਕਾਨਾ ਹੱਕ ਦਾ ਨਿਰਣਾ ਬਹੁਤ ਜ਼ਰੂਰੀ ਸੀ ਜੋ ਕਰਾਇਆ ਗਿਆ। ਅਸੀਂ ਜ਼ਮੀਨ ਦਾ ਐਗਰੀਮੈਂਟ ਕਰਾ ਲਿਆ, ਹੁਣ ਬੈਨਾਮਾ ਕਰਾਇਆ ਜਾਣਾ ਬਾਕੀ ਹੈ। ਸਾਰੇ ਲੈਣ ਦੇਣ ਬੈਂਕ ਟੂ ਬੈਂਕ ਹੋਏ ਨੇ ਤੇ ਟੈਕਸ ਦੇ ਵਿੱਚ ਕੋਈ ਚੋਰੀ ਨਹੀਂ ਕੀਤੀ ਗਈ। ਦੋਸ਼ ਲਾਉਣ ਵਾਲਿਆਂ ਨੇ ਦੋਸ਼ ਲਾਉਣ ਤੋਂ ਪਹਿਲਾਂ ਟਰਸਟ ਦੇ ਅਧਿਕਾਰੀਆਂ ਦੇ ਨਾਲ ਤੱਥਾਂ ਦੀ ਜਾਣਕਾਰੀ ਨਹੀਂ ਸਾਂਝੀ ਕੀਤੀ। ਪਹਿਲਾ ਨੰਬਰ ਇਹ ਹੈ ਕਿ ਰਾਮ ਮੰਦਿਰ ਦੇ ਲਈ 100 ਬਿਸਵੇ ਜ਼ਮੀਨ ਦਾ 10 ਸਾਲ ਦੇ ਵਿੱਚ 4 ਵਾਰ ਐਗਰੀਮੈਂਟ ਹੋਇਆ। ਦੂਜਾ ਨੰਬਰ ਇਹਦੇ ਵਿੱਚ ਇਹ ਆਉਂਦਾ ਕਿ ਰਾਮ ਮੰਦਿਰ ਟਰਸਟ ਨੂੰ ਜ਼ਮੀਨ ਵੇਚਣ ਵਾਲੇ ਸੁਲਤਾਨ ਅੰਸਾਰੀ ਸਮਾਜਵਾਦੀ ਪਾਰਟੀ ਦੇ ਨੇਤਾ ਨੇ। ਤੀਜਾ ਨੰਬਰ ਇਹਦੇ ਵਿੱਚ ਇਹ ਹੈ ਕਿ ਸੁਲਤਾਨ ਦਾ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਟਰਸਟ ਦੇ ਉੱਤੇ ਘੁਟਾਲੇ ਦਾ ਦੋਸ਼ ਲਾਉਣ ਵਾਲੇ ਸਾਬਕਾ ਮੰਤਰੀ ਤੇਜ ਨਾਰਾਇਣ ਪਾਂਡੇ ਨਾਲ ਚੰਗੇ ਰਿਸ਼ਤੇ ਨੇ। ਚੌਥਾ ਨੰਬਰ ਇਹਦੇ ਵਿੱਚ ਇਹ ਹੈ ਕਿ ਸੁਲਤਾਨ ਦੇ ਪਿਤਾ ਨੇ ਇਹ ਜ਼ਮੀਨ 2011 ਦੇ ਵਿੱਚ ਬਬਲੂ ਪਾਠਕ ਦੇ ਕੋਲੋਂ ਖਰੀਦੀ ਸੀ। ਬਬਲੂ ਸੁਲਤਾਨ ਦੋਨੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਨੇ। ਤੇ ਪੰਜਵਾਂ ਨੰਬਰ ਇਹਦੇ ਵਿੱਚ ਇਹ ਹੈ ਕਿ ਰਾਮ ਮੰਦਿਰ ਟਰਸਟ ਨੇ ਸੁਲਤਾਨ ਅੰਸਾਰੀ ਤੋਂ 100 ਬਿਸਵੇ ਤੇ ਬਬਲੂ ਪਾਠਕ ਦੇ ਕੋਲੋਂ 80 ਬਿਸਵੇ ਜ਼ਮੀਨ ਖਰੀਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਟਰਸਟ ਦੇ ਵੱਲੋਂ ਆਪਣੇ ਤੱਥ ਪੇਸ਼ ਕੀਤੇ ਗਏ ਆ, ਇਹ ਵੀ ਹੋ ਸਕਦਾ ਵੀ ਜਿਹੜੇ ਇਹ ਦੋਸ਼ ਆ ਇਹ ਨਿਰਮੂਲ ਸਾਬਤ ਹੋਣ, ਕਿਉਂਕਿ ਜਿੰਨੀ ਦੇਰ ਤੱਕ ਦੋਸ਼ਾਂ ਦੀ ਪੜਤਾਲ ਨਹੀਂ ਹੁੰਦੀ ਉਨੀ ਦੇਰ ਤੱਕ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਵੀ ਜਿਹੜੇ ਦੋਸ਼ ਲੱਗੇ ਗਏ ਆ ਇਹ ਸਹੀ ਸਾਬਤ ਹੋਏ ਆ। ਸੋ ਇਸ ਕਰਕੇ ਲੀੜੇ ਪਾੜਨ ਦੇ ਨਾਲੋਂ ਜਿਹੜੇ ਵੀ ਇਸ ਵਕਤ ਅਗਰੈਸਿਵ ਹੋ ਕੇ ਤੱਤੇ ਭਾਰੇ ਹੋ ਕੇ ਲੋਕ ਦੋਸ਼ ਲਾਉਣ ਵਾਲਿਆਂ ਦੇ ਉੱਤੇ ਕਾਰਵਾਈ ਦੀ ਮੰਗ ਕਰਦੇ ਆ, ਉਹ ਕਹਿੰਦੇ ਸਾਡੀਆਂ ਭਾਵਨਾਵਾਂ ਭੜਕ ਗਈਆਂ। ਮੰਨ ਲਓ ਕਿ ਇਹਦੇ ਵਿੱਚੋਂ ਘਪਲੇਬਾਜ਼ੀ ਨਿਕਲ ਆਵੇ ਤਾਂ ਕੀ ਜਿਹੜੇ ਲੋਕਾਂ ਨੇ ਘਪਲੇਬਾਜ਼ੀ ਕੀਤੀ ਹੋਊਗੀ ਜੇਕਰ ਨਿਕਲ ਆਉਂਦੀ ਹੈ, ਤੁਸੀਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਵੀ ਕਾਲਖ ਸੁੱਟੋਗੇ,
ਤੁਸੀਂ ਉਹਨਾਂ ਦੀਆਂ ਫੋਟੋਆਂ ਦੇ ਉੱਤੇ ਵੀ ਕਾਲਖ ਮਲੋਗੇ। ਭਾਰਤ ਦੇ ਵਿੱਚ ਧਾਰਮਿਕ ਰੰਗਣ ਦੇ ਵਿੱਚ ਰੰਗੇ ਹੋਏ ਬਹੁ ਗਿਣਤੀ ਲੋਕ ਆ ਜਿਹੜੇ ਉਹ ਕਈ ਵਾਰ ਇਹੋ ਜਿਹੀਆਂ ਗੱਲਾਂ ਕਰਦੇ ਵੀ ਉਹਨਾਂ ਦੀ ਬੌਧਿਕਤਾ ਦੇ ਉੱਤੇ, ਉਹਨਾਂ ਦੀ ਸੋਚ ਦੇ ਉੱਤੇ ਸਵਾਲ ਖੜੇ ਹੋ ਜਾਂਦੇ ਆ। ਜੇ ਕਿਸੇ ਨੇ ਦੋਸ਼ ਲਾਏ ਆ, ਕਿਸੇ ਨੇ ਸਵਾਲ ਕੀਤੇ ਆ, ਸਵਾਲ ਕਰਨਾ ਬੰਦੇ ਦਾ ਹੱਕ ਹੈ। ਜੇ ਤਾਂ ਕਿਸੇ ਨੇ ਧਾਰਮਿਕ ਭਾਵਨਾ ਨੂੰ ਭੜਕਾਇਆ ਹੋਵੇ ਫਿਰ ਗੱਲ ਵੱਖਰੀ ਹੈ, ਪਰ ਜੇਕਰ ਕਿਸੇ ਨੇ ਦੋਸ਼ ਲਾਇਆ ਵੀ ਇੱਥੇ ਘਪਲਾ ਹੋਇਆ, ਭਾਵੇਂ ਉਹ ਦਾਨ ਦੇ ਰੂਪ ਦੇ ਵਿੱਚ ਹੈ, ਭਾਵੇਂ ਉਹ ਉਸਾਰੀ ਦੇ ਰੂਪ ਦੇ ਵਿੱਚ ਹੈ, ਭਾਵੇਂ ਕਿਸੇ ਹੋਰ ਰੂਪ ਦੇ ਵਿੱਚ ਹੈ, ਭਾਵੇਂ ਲੰਗਰ ਦੇ ਰੂਪ ਦੇ ਵਿੱਚ ਹੈ, ਤੁਸੀਂ ਤਰਕ ਦੇ ਨਾਲ ਉੱਤਰ ਦਿਓ। ਪਰ ਇਹ ਕੋਈ ਤੁਕ ਨਹੀਂ ਬਣਦੀ ਕਿ ਅਸੀਂ ਕਹੇ ਜੀ ਕਿ ਅਸੀਂ ਤਾਂ ਇਉਂ ਕਰਾਂਗੇ, ਹੁਣ ਅਸੀਂ ਪੁਤਲੇ ਫੂਕਾਂਗੇ ਜੀ, ਰਾਜਨੀਤਿਕ ਰੰਗਣ ਹੈ ਜੀ, ਫਲਾਣਾ ਇਹ ਢਿੰਗੜਾ ਹੈਗਾ। ਸੋ ਇਸ ਕਰਕੇ ਤਰਕ ਦੇ ਨਾਲ ਉੱਤਰ ਦੇਣਾ ਬਣਦਾ ਹੈ। ਹੁਣ ਜਿਸ ਤਰੀਕੇ ਦੇ ਨਾਲ ਟਰਸਟ ਦੇ ਵੱਲੋਂ ਉੱਤਰ ਦਿੱਤਾ ਗਿਆ, ਇਸ ਮਾਮਲੇ ਦੀ ਪੜਤਾਲ ਹੋਊਗੀ। ਯੋਗੀ ਆਦਿੱਤਿਆਨਾਥ ਦੀ ਸਰਕਾਰ ਕਸੂਤੀ ਘਿਰੀ ਹੋਈ ਹੈ, RSS ਦਾ ਇਸ ਵਕਤ ਫਿਕਰ ਵਧਿਆ ਹੋਇਆ। ਸੋ ਇਸ ਮਾਮਲੇ ਦੀ ਪੜਤਾਲ ਨਿੱਠ ਕੇ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਕਿਸੇ ਵੀ ਕਿਸਮ ਦੀ ਕਮੀ ਪੇਸ਼ੀ ਬਾਕੀ ਨਹੀਂ ਰਹਿਣੀ ਚਾਹੀਦੀ। ਲੰਘੇ ਕੱਲ ਮੈਂ ਅਨਿਲ ਜੋਸ਼ੀ ਹੋਰਾਂ ਦੀ ਇੱਕ ਇੰਟਰਵਿਊ ਦੇਖੀ, ਜਿਹੜੇ ਕਿ ਪੰਜਾਬ ਭਾਜਪਾ ਦੇ ਨੇਤਾ, ਸਾਬਕਾ ਮੰਤਰੀ ਵੀ ਆ। ਉਹਨਾਂ ਦੀ ਉਸ ਇੰਟਰਵਿਊ ਦੇ ਵਿੱਚ ਕਈਆਂ ਗੱਲਾਂ ਮੈਨੂੰ ਨਿੱਜੀ ਤੌਰ ਦੇ ਉੱਤੇ ਚੰਗੀਆਂ ਲੱਗੀਆਂ। ਉਹਨਾਂ ਨੇ ਕਿਹਾ ਜੀ ਕਿ ਮੈਂ ਪਾਰਟੀ ਦੇ ਖਿਲਾਫ ਨਹੀਂ, ਮੈਂ ਪਾਰਟੀ ਦੀ ਮਜ਼ਬੂਤੀ ਦੇ ਲਈ ਹੀ ਇਹ ਗੱਲ ਕਹਿ ਰਿਹਾ ਕਿ ਕਿਸਾਨੀ ਦੀ ਮੰਗ ਮੰਨੀ ਜਾਵੇ। ਕਿਸਾਨ ਜਿਹੜੇ ਕਿ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ, ਉਹਨਾਂ ਦੀ ਹੁਣ ਤੱਕ ਮੰਗ ਮੰਨ ਹੀ ਲੈਣੀ ਚਾਹੀਦੀ ਸੀ, ਕਿਉਂਕਿ ਜਦੋਂ ਕੋਈ ਅੰਦੋਲਨ ਬਹੁਤ ਲੰਮਾ ਚੱਲਦਾ ਉਹਦੇ ਵਿੱਚ ਕੁਝ ਗਲਤ ਅਨਸਰ ਵੀ ਵੜ ਜਾਂਦੇ ਆ। ਉਹਨਾਂ ਲੋਕਾਂ ਦੇ ਵੱਲੋਂ ਕੁਝ ਵੀ ਕੀਤਾ ਜਾ ਸਕਦਾ ਤੇ ਕੇਂਦਰ ਦੀ ਸਰਕਾਰ ਨੂੰ ਪਤਾ ਹੋਣਾ ਚਾਹੀਦਾ, ਸਾਡੀ ਆਪਣੀ ਸਰਕਾਰ ਨੂੰ ਪਤਾ ਹੋਣਾ ਚਾਹੀਦਾ। ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਪੌਣੇ 7 ਮਹੀਨੇ ਹੋ ਚੱਲੇ ਇਸ ਅੰਦੋਲਨ ਨੂੰ। ਉਹਨਾਂ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਕਿਸਾਨੀ ਹੱਕ ਦੀ ਗੱਲ ਕੀਤੀ ਜਾ ਰਹੀ ਹੈ, ਜਿਹਦੇ ਕਰਕੇ ਅਸ਼ਵਨੀ ਸ਼ਰਮਾ ਜਿਹੜੇ ਕਿ ਪੰਜਾਬ BJP ਦੇ ਪ੍ਰਧਾਨ ਆ, ਉਹਨਾਂ ਨੇ ਕਿਹਾ ਸੀ ਕਿ ਜੇਕਰ ਕੋਈ ਵੀ ਸਮੱਸਿਆ ਤੁਹਾਨੂੰ ਪਾਰਟੀ ਦੇ ਮੰਚ ਦੇ ਉੱਤੇ ਇੱਕ ਗੱਲ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਮੀਡੀਆ ਦੇ ਵਿੱਚ ਨਹੀਂ। ਉਹਨਾਂ ਨੇ ਕਿਹਾ ਜੀ ਮੈਨੂੰ ਸਮੱਸਿਆ ਹੀ ਕੋਈ ਨਹੀਂ, ਮੈਂ ਤਾਂ ਬੇਨਤੀ ਇਹ ਕਰਦਾ ਜੀ ਕਿ ਪੰਜਾਬ ਦੇ ਵਿੱਚ BJP ਮਜ਼ਬੂਤ ਹੋਵੇ। ਆਪਾਂ 117 ਥਾਂ ਦੇ ਉੱਤੇ ਬੰਦੇ ਖੜੇ ਕਰਨ ਦੀ ਗੱਲ ਕਰਦੇ ਹਾਂ, ਕਹਿੰਦੇ 60 ਤੋਂ ਵੱਧ ਸੀਟਾਂ ਜਿੱਤਾਂਗੇ। ਹੁਣੇ ਚੋਣਾਂ ਹੋਈਆਂ, ਆਪਣੀਆਂ ਜ਼ਮਾਨਤਾਂ ਜ਼ਬਤ ਹੋਈਆਂ ਬਹੁਤੀਆਂ ਥਾਵਾਂ ਦੇ ਉੱਤੇ, ਆਪਾਂ ਜਿੱਤਾਂਗੇ ਕਿਵੇਂ? ਆਪਾਂ ਨੂੰ ਤਾਂ ਕੋਈ ਦੇਖ ਕੇ ਬਰਦਾਸ਼ਤ ਨਹੀਂ ਕਰਦਾ, ਭੱਜ ਕੇ ਆਪਾਂ ਗੱਡੀ ਦੇ ਵਿੱਚ ਵੜ ਜਾਂਦੇ ਹਾਂ, ਲੋਕਾਂ ਦੇ ਵਿੱਚ ਆਪਾਂ ਵਿਚਰ ਨਹੀਂ ਸਕਦੇ ਤੇ ਹਾਲੇ ਆਪਾਂ ਟਾਰਾਂ ਮਾਰਦੇ ਵੀ ਬੇਫਿਕਰ ਰਹੋ, ਸਰਕਾਰ ਸਾਡੀ ਬਣੂਗੀ, ਆਪਾਂ ਤਾਂ ਇਉਂ ਕਰ ਦੇਣਾ, ਆਪਾਂ ਤਾਂ ਵੱਟ ਕੱਢ ਦੇਣੇ ਆ। ਤੇ ਨਾਲ ਹੀ ਉਹਨਾਂ ਨੇ ਕਹੀ ਇਹ ਗੱਲ ਹਰਜੀਤ ਗਰੇਵਾਲ ਨੂੰ, ਕਿਉਂਕਿ ਹਰਜੀਤ ਗਰੇਵਾਲ ਨੇ ਇਹ ਗੱਲ ਆਖੀ ਸੀ ਵੀ ਜੇਕਰ ਅਨਿਲ ਜੋਸ਼ੀ ਨੂੰ ਇੰਨੇ ਭੜੇ ਲੱਗਦੇ ਸਾਰੇ ਕੁਝ ਤੇ ਫਿਰ ਉਹ ਪਾਰਟੀ ਛੱਡ ਦੇਵੇ। ਉਹਨਾਂ ਨੇ ਇਹ ਗੱਲ ਕਹੀ ਹੈ ਅਨਿਲ ਜੋਸ਼ੀ ਨੇ ਵੀ ਹਰਜੀਤ ਗਰੇਵਾਲ ਦੀ ਜ਼ੁਬਾਨ ਦੇ ਕਰਕੇ, ਹਰਜੀਤ ਗਰੇਵਾਲ ਦੇ ਭਾਸ਼ਣਾਂ ਦੇ ਕਰਕੇ, ਉਹਦੀ ਭੜਕੀਲੀ ਬਿਆਨਬਾਜ਼ੀ ਦੇ ਕਰਕੇ ਅੱਜ ਵਾਲੇ ਪਵਾੜੇ ਪੈਦਾ ਹੋਏ ਆ। ਜੇਕਰ ਹਾਈ ਕਮਾਨ ਇਸ ਬੰਦੇ ਨੂੰ ਬਾਹਰ ਕੱਢ ਦੇਵੇ ਤਾਂ ਅੱਧੋ ਵੱਧ ਮਸਲੇ ਹੱਲ ਹੋ ਜਾਣੇ ਆ। ਆਪ ਤਾਂ ਅਸੀਂ ਭੜਕਾ ਕੇ ਕੋਈ ਗਲਤ ਬਿਆਨ ਦੇ ਕੇ ਤੇ ਭੱਜ ਕੇ ਗੱਡੀ 'ਚ ਵੜ ਜਾਂਦੇ ਆ ਤੇ ਕੁੱਟ ਕਿਹਦੇ ਪੈਂਦੀ ਆ? BJP ਦੇ ਆਮ ਵਰਕਰਾਂ ਦੇ। ਜਿੰਨੀ ਹੁਣ ਤੱਕ ਕੁੱਟ ਪਈ ਆ BJP ਦੇ ਵੱਖ-ਵੱਖ ਆਗੂਆਂ ਦੇ, ਜਿੰਨਾ ਹੁਣ ਤੱਕ ਵਿਰੋਧ ਹੋਇਆ, ਉਹਦੇ ਵਿੱਚੋਂ 78% ਕਾਰਨ ਜਿਹੜੇ ਉਹ ਹਰਜੀਤ ਗਰੇਵਾਲ ਨਾਲ ਜੁੜੇ ਹੋਏ ਆ। ਕਿਉਂਕਿ ਇਸ ਵਕਤ BJP ਦੀ ਸੀਨੀਅਰ ਲੀਡਰਸ਼ਿਪ ਆ ਜਿਹੜੀ, ਉਹ ਤਾਂ ਵਰਚੁਅਲ ਮੀਟਿੰਗਾਂ ਕਰਦੀ ਹੈ ਤੇ ਵਰਕਰਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਸ ਵਕਤ ਜ਼ਮੀਨ ਦੇ ਉੱਤੇ ਜਾ ਕੇ ਤੇ ਗਰਾਊਂਡ ਤੇ ਜਾ ਕੇ ਸਾਰਾ ਕੰਮਕਾਜ ਕਰੋ, ਲੋਕਾਂ ਦੇ ਵਿੱਚ ਵਿਚਰੋ। ਤੇ ਜਦੋਂ ਆਮ ਲੋਕਾਂ ਦੇ ਵਿੱਚ ਵਿਚਰਦੇ ਆ ਤਾਂ ਛਿੱਤਰ ਤਾਂ ਸਾਡੇ ਹੀ ਪੈਂਦੇ ਆ, ਤੁਹਾਡੇ ਤਾਂ ਨਹੀਂ ਪੈਂਦੇਗੇ। ਇਸ ਕਰਕੇ ਤੁਸੀਂ ਜਾਂ ਤਾਂ ਕਿਸਾਨੀ ਦੀ ਮੰਗ ਮੰਨ ਲਓ ਤੇ ਜਾਂ ਇਹ ਗੱਲ ਕਹੋ ਵੀ ਜੇਕਰ ਅਸੀਂ ਕਾਨੂੰਨ ਨਹੀਂ ਰੱਦ ਕਰਨੇ ਤਾਂ ਭਾਈ ਸਾਡਾ ਕੋਈ ਵੀ ਵਰਕਰ, ਸਾਡਾ ਕੋਈ ਵੀ ਆਗੂ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੇ। ਇੱਕ ਪਾਸੇ ਕਹਿੰਦੇ ਵੀ ਅਸੀਂ ਤਿੰਨੇ ਕਾਨੂੰਨ ਰੱਦ ਨਹੀਂ ਕਰਨੇ, ਕਾਨੂੰਨਾਂ ਦੇ ਵਿੱਚ ਨੁਕਸ ਕੋਈ ਨਹੀਂ, ਦੂਜੇ ਪਾਸੇ ਕਹਿੰਦੇ ਵੀ ਜਾ ਕੇ ਗਰਾਊਂਡ ਦੇ ਉੱਤੇ ਵਿਚਰੋ। ਤੇ ਮਤਲਬ ਇਹ ਆ ਵੀ ਸਾਡੇ ਜੁੱਤੀਆਂ ਪਾਉਣ ਦਾ ਪ੍ਰੋਗਰਾਮ ਆ। ਕਹਿਣ ਦਾ ਭਾਵ ਇਹ ਆ ਵੀ ਅਨਿਲ ਜੋਸ਼ੀ ਨੇ ਜਿਹੜੀਆਂ ਤੱਤੀਆਂ ਗੱਲਾਂ ਕਹੀਆਂ, ਇਹਦੇ ਵਿੱਚ ਗਲਤੀ ਕੋਈ ਨਹੀਂ, ਇਹ ਗੱਲ ਬਿਲਕੁਲ ਸੱਚੀ ਹੈ। ਜਾਂ ਤਾਂ ਕਿਸਾਨੀ ਮੰਗ ਮੰਨੋ ਤੇ ਜਾਂ ਫਿਰ ਇਹ ਨਾ ਗੱਲ ਕਹੋ ਜੀ ਕਿ ਹੁਣ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਅਗਲੀਆਂ ਚੋਣਾਂ ਦੀ ਤਿਆਰੀ ਕਰਗੇ। ਇਹ ਗੱਲ ਕਿਸਾਨ ਆਗੂ ਵੀ ਕਹਿੰਦੇ ਆ ਤੇ ਇਹ ਗੱਲ ਹੁਣ BJP ਦੇ ਪੰਜਾਬ ਦੇ ਨੇਤਾ ਵੀ ਕਹਿਣ ਲੱਗ ਪਏ ਆ। ਪਰ ਜਿਸ ਤਰੀਕੇ ਦੇ ਨਾਲ ਹਰਿਆਣੇ ਦੇ ਵਿੱਚ ਵਿਰੋਧ ਜ਼ਬਰਦਸਤ ਤਰੀਕੇ ਨਾਲ ਚੱਲ ਰਿਹਾ, ਕਿਸਾਨਾਂ ਦੇ ਵੱਲੋਂ BJP ਤੇ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕਾਂ ਦਾ, ਮੰਤਰੀਆਂ ਦਾ, ਰਾਜ ਸਭਾ ਦੇ, ਲੋਕ ਸਭਾ ਦੇ ਮੈਂਬਰਾਂ ਦਾ ਵਿਰੋਧ ਕੀਤਾ ਜਾ ਰਿਹਾ, ਬਿਲਕੁਲ ਉਹੀ ਤਰਜ਼ ਹੁਣ ਪੰਜਾਬ ਦੇ ਕਿਸਾਨਾਂ ਨੇ ਵੀ ਫੜ ਲਈ ਹੈ। ਲੰਘੇ ਕੱਲ੍ਹ ਮਨੀਸ਼ ਤਿਵਾੜੀ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਆਗੂ ਆ, ਭਾਟਾ ਕਲਾਂ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਗਏ। ਉੱਥੇ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ। ਉਹਨਾਂ ਨੇ ਉੱਥੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਤੇ ਉਹ ਕਹਿੰਦੇ ਵੀ ਜਦੋਂ ਪਾਰਲੀਮੈਂਟ ਦੇ ਵਿੱਚ ਤਿੰਨੇ ਕਾਲੇ ਕਾਨੂੰਨ ਬਣਦੇ ਸੀ, ਉਸ ਵਕਤ ਤੁਸੀਂ ਸਾਰੇ ਜਣੇ ਚੁੱਪ ਕਰਕੇ ਬੈਠੇ ਰਹੇ ਤੇ ਹੁਣ ਅਸੀਂ ਤੁਹਾਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਨੇਤਾ ਕਿਉਂ ਨਾ ਹੋਵੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਨਵੇਂ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਦੇ ਲਈ ਕਿਸਾਨਾਂ ਦਾ ਸਰਕਾਰ ਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਰੋਸ ਪ੍ਰਦਰਸ਼ਨ ਚੱਲ ਰਿਹਾ। ਇਸੇ ਲੜੀ ਦੇ ਤਹਿਤ ਹੀ ਭਾਜਪਾ ਦੇ ਹਾਂਸੀ ਤੋਂ ਵਿਧਾਇਕ ਵਿਨੋਦ ਭਿਆਨਾ ਵੱਲੋਂ 2 ਪਾਰਕਾਂ ਦਾ ਉਦਘਾਟਨ ਕਰਨ ਦੇ ਲਈ ਰੱਖੇ ਗਏ ਪ੍ਰੋਗਰਾਮਾਂ ਦੇ ਉੱਤੇ ਕਿਸਾਨਾਂ ਨੇ ਪਾਣੀ ਫੇਰ ਦਿੱਤਾ ਹੈ। ਪਾਰਕ ਦੇ ਉਦਘਾਟਨ ਪੱਥਰਾਂ ਤੋਂ ਵਿਧਾਇਕ ਦਾ ਨਾਂ ਹਟਾ ਕੇ ਮਹੰਤ ਇੱਛਾਪੁਰੀ ਦੇ ਹੱਥੋਂ ਰੀਬਨ ਕਟਵਾ ਕੇ ਉਦਘਾਟਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ
ਤੇ ਤਿੰਨੇ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਵੀ ਕੀਤੀ ਹੈ। ਦੱਸਣਾ ਬਣਦਾ ਹਿਸਾਰ ਚੁੰਗੀ ਦੇ ਨਜ਼ਦੀਕ ਉਮਰਾ ਰੋਡ ਦੇ ਉੱਤੇ ਲਾਲਾ ਹੁਕਮਚੰਦ ਜੈਨ ਪਾਰਕ ਦੇ ਉਦਘਾਟਨ ਬਾਰੇ ਖਬਰ ਮਿਲਦੇ ਹੀ ਕਿਸਾਨ ਵੱਡੀ ਗਿਣਤੀ 'ਚ ਪਾਰਕ 'ਚ ਇਕੱਠੇ ਹੋ ਗਏ। ਉਹਨਾਂ ਨੇ ਪੱਥਰ ਤੋਂ ਵਿਧਾਇਕ ਵਿਨੋਦ ਦਾ ਨਾਂ ਹਟਾ ਦਿੱਤਾ ਤੇ ਮਹੰਤ ਇੱਛਾਪੁਰੀ ਤੋਂ ਰੀਬਨ ਕਟਵਾ ਕੇ ਪਾਰਕ ਦਾ ਉਦਘਾਟਨ ਕੀਤਾ। ਕਿਸਾਨ ਪਾਰਕ ਦੇ ਵਿੱਚ ਡਟੇ ਰਹੇ। ਇਸ ਤੋਂ ਬਾਅਦ ਕਿਸਾਨਾਂ ਨੂੰ ਪਤਾ ਲੱਗਾ ਕਿ ਵਿਧਾਇਕ PNB ਬੈਂਕ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਪਾਰਕ ਦਾ ਉਦਘਾਟਨ ਕਰਨ ਲਈ ਜਾ ਰਹੇ ਨੇ। ਤਦ ਸਵੇਰੇ 10 ਵਜੇ ਕਿਸਾਨ ਉੱਥੇ ਇਕੱਠੇ ਹੋ ਗਏ। ਪਾਰਕ ਦੀ ਸਫਾਈ ਤੋਂ ਬਾਅਦ ਉਹਨਾਂ ਨੇ ਮਹੰਤ ਇੱਛਾਪੁਰੀ ਦੇ ਹੱਥੋਂ ਸ਼ਹੀਦਾਂ ਦੇ ਬੁੱਤਾਂ ਨੂੰ ਹਾਰ ਪਵਾ ਕੇ ਪਾਰਕ ਦਾ ਉਦਘਾਟਨ ਕੀਤਾ ਤੇ ਇਹ ਪਾਰਕ ਵਿਧਾਇਕ ਵਿਨੋਦ ਦੀ ਰਿਹਾਇਸ਼ ਤੋਂ ਸਿਰਫ 100 ਮੀਟਰ ਦੀ ਦੂਰੀ ਦੇ ਉੱਤੇ ਸਥਿਤ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦਾ ਵਿਰੋਧ ਇਸ ਵਕਤ BJP ਤੇ ਉਹਨਾਂ ਦੇ ਸਾਥੀ ਪਾਰਟੀਆਂ ਦਾ ਚੱਲ ਰਿਹਾ, ਇਸ ਤੋਂ ਬਾਅਦ ਵੀ ਜੇਕਰ ਸਬਕ ਆਪਾਂ ਨਹੀਂ ਸਿੱਖਦੇ ਤਾਂ ਫਿਰ ਇਹਦਾ ਮਤਲਬ ਇਹ ਆ ਵੀ ਸਾਡੇ ਇਸ ਵਕਤ ਦਿਮਾਗ ਦੇ ਵਿੱਚ ਉਹ ਗੱਲਾਂ ਵੜ ਨਹੀਂ ਰਹੀਆਂ, ਸਾਡੇ ਉੱਤੇ ਅਸਰ ਨਹੀਂ ਕਰ ਰਹੀਆਂ ਜਿਨ੍ਹਾਂ ਦੇ ਵੱਲੋਂ ਹੁਣ ਤੱਕ ਕਰਨਾ ਚਾਹੀਦਾ ਸੀ। ਯਾਨੀ ਕਿ ਜੇਕਰ ਇਹ ਗੱਲਾਂ ਹੁਣ ਤੱਕ ਸਾਡੇ ਖਾਨੇ ਦੇ ਵਿੱਚ ਪੈ ਜਾਂਦੀਆਂ ਤਾਂ ਨਤੀਜੇ ਹੋਰ ਹੁੰਦੇ, ਪਰ ਆਪਾਂ ਤਾਂ ਹਾਲੇ ਵੀ ਕਿਸਾਨ ਕਲਪਾਉਣ ਦਾ ਕੰਮ ਕਰਦੇ ਹਾਂ। ਇਹ 3 ਕਾਨੂੰਨ ਰੱਦ ਨਹੀਂ ਹੋंगे, ये तो किसान की आमदन दुगनी करने वाले हैं। किसान तो भड़काए गए हैं, किसान तो फंडिंग पर बैठे हैं, किसान तो सही तरीके से काम ही नहीं करते, किसान तो आगे ही नहीं आते बातचीत के लिए। सो इदां दीयां गल्लां सुण के किसान होर तपे आ। सो इस वक्त किसान आ जिहड़े ਉਹ ਡਟੇ ਹੋਏ ਆ ਤੇ ਪੰਜਾਬ ਦੇ ਵਿੱਚ ਵੀ ਜਿਵੇਂ ਹਰਿਆਣੇ ਦੀ ਤਰਜ਼ ਦੇ ਉੱਤੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦਾ ਵਿਰੋਧ ਸ਼ੁਰੂ ਹੋਇਆ। ਇਹ ਕੋਈ ਛੋਟੀ ਗੱਲ ਨਹੀਂ। ਜਦੋਂ ਕਿਸਾਨ ਵਿਰੋਧ ਕਰਦੇ ਆ ਜਾਂ ਜਦੋਂ ਬੇਰੁਜ਼ਗਾਰ ਵਿਰੋਧ ਕਰਦੇ ਸਰਕਾਰਾਂ ਦੀਆਂ ਨੀਤੀਆਂ ਦਾ, ਮੈਨੂੰ ਇਹ ਲੱਗਦਾ ਵੀ ਇਹ ਸੱਚੇ ਦੇਸ਼ ਭਗਤ ਆ। ਤੇ ਦੂਜੀ ਗੱਲ ਇਹ ਵੀ ਜਦੋਂ ਵਿਰੋਧੀ ਪਾਰਟੀਆਂ ਜਾਂ ਕੋਈ ਵੀ ਪਾਰਟੀ ਇੱਕ ਪਾਰਟੀ ਦੂਜੀ ਪਾਰਟੀ ਦੇ ਨੇਤਾਵਾਂ ਦਾ ਵਿਰੋਧ ਕਰਦੀ ਆ, ਇਹ ਮੈਨੂੰ ਡਰਾਮੇਬਾਜ਼ੀ ਲੱਗਦੀ ਆ। ਕਿਉਂਕਿ ਇੱਕ ਪਾਰਟੀ ਦੇ ਦੂਜੀ ਉੱਤੇ ਦੋਸ਼ ਲਾਉਣਾ ਹੁੰਦਾ, ਕੀਤਾ ਪਹਿਲੀ ਨੇ ਵੀ ਕੁਝ ਨਹੀਂ ਹੁੰਦਾ, ਕੀਤਾ ਦੂਜੀ ਨੇ ਵੀ ਕੁਝ ਨਹੀਂ ਹੁੰਦਾ। ਉਦੋਂ ਵੀ ਲੋਕ ਤੰਗ ਸੀ ਜਦੋਂ ਪਹਿਲੀ ਸੀ ਸੱਤਾ ਦੇ ਵਿੱਚ, ਉਦੋਂ ਵੀ ਲੋਕ ਤੰਗ ਆ ਜਦੋਂ ਦੂਜੀ ਆ ਸੱਤਾ ਦੇ ਵਿੱਚ। ਸੋ ਇਸ ਕਰਕੇ ਉਹ ਤਾਂ ਕਰਦੇ ਡਰਾਮੇਬਾਜ਼ੀ। ਪਰ ਜਿਹੜੇ ਕਿਸਾਨ ਆ ਉਹਨਾਂ ਨੇ ਇਸ ਵਕਤ BJP ਨੂੰ ਤੇ ਪੰਜਾਬ ਦੇ ਵਿੱਚ ਹੋਰ ਪਾਰਟੀਆਂ ਨੂੰ ਇਸ ਵਕਤ ਤਾਰੇ ਦਿਖਾਉਣੇ ਸ਼ੁਰੂ ਕਰ ਦਿੱਤੇ ਆ। ਤੇ ਇੱਕ ਜਾਣਕਾਰੀ ਹੋਰ ਦੇਣੀ ਬਣਦੀ ਹੈ ਕਿ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਆਗੂਆਂ ਦੇ ਵੱਲੋਂ ਨਵੀਂ ਰਣਨੀਤੀ ਤੈਅ ਕੀਤੀ ਗਈ ਹੈ। ਨੌਜਵਾਨਾਂ ਨੂੰ ਵਾਪਸ ਪਿੰਡਾਂ ਦੇ ਵਿੱਚ ਭੇਜਿਆ ਗਿਆ ਤਾਂ ਜੋ ਤੁਸੀਂ ਝੋਨਾ ਲਾ ਸਕੋ ਤੇ ਉਹਨਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਵੀ ਤੁਸੀਂ ਆਪਦੇ ਟੱਬਰ ਦਾ ਇੱਕ ਜੀ ਇੱਥੇ ਜ਼ਰੂਰ ਭੇਜੋ, ਕਿਉਂਕਿ ਇਕੱਠ ਵੀ ਆਪਾਂ ਨਹੀਂ ਘਟਣ ਦੇਣਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਕੱਠ ਕੁਝ ਹੱਦ ਤੱਕ ਘਟਿਆ, ਪਰ ਕਿਉਂਕਿ ਅਸੀਂ ਕੰਮ ਵੀ ਆਪਦੇ ਹੱਥੀਂ ਕਰਨੇ ਆ। ਸਾਡੇ ਕੰਮ ਕਿਹੜਾ ਕਿਸੇ ਨੇਤਾ ਨੇ ਇਹ ਕਰ ਜਾਣੇ ਆ। ਅਸੀਂ ਜੋ ਕਮਾਉਣਾ ਸੋ ਖਾਣਾ, ਆਪਦਾ ਢਿੱਡ ਭਰਨਾ, ਕਮਾਈ ਕਰਨੀ ਆ, ਬੱਚੇ ਪੜਾਉਣੇ ਆ, ਹੋਰ ਕੰਮਕਾਜ ਕਰਨੇ ਆ। ਇਸ ਕਰਕੇ ਸਾਰੇ ਕੰਮ ਬਰਾਬਰ ਚੱਲ ਰਹੇ ਆ। ਇਸ ਕਰਕੇ ਕਦੇ ਬਾਰਡਰਾਂ ਦੇ ਉੱਤੇ ਇਕੱਠ ਵੱਧਦਾ ਤੇ ਕਦੇ ਘਟਦਾ, ਪਰ ਅਸੀਂ ਘਟੇ ਹੋਏ ਇਕੱਠ ਨੂੰ ਵੇਖ ਕੇ ਨਾ ਕਹੀਏ ਵੀ ਕਿਸਾਨ ਅੰਦੋਲਨ ਬਰਬਾਦ ਹੋ ਗਿਆ, ਖਤਮ ਹੋ ਗਿਆ। ਜੇਕਰ ਕਿਸੇ ਨੂੰ ਇਹ ਲੱਗਦਾ ਵੀ ਅੰਦੋਲਨ ਸਹੀ ਨਹੀਂ ਚੱਲ ਰਿਹਾ, ਉਹਨੂੰ ਆਪ ਮੂਹਰੇ ਆ ਕੇ ਥੋੜ੍ਹੀ ਜਿਹੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੀ ਪਤਾ ਉਹਦੇ ਮਗਰ ਵੱਡਾ ਇਕੱਠ ਹੋ ਜੇ। ਪੰਜਾਬ ਦੇ ਵਿੱਚੋਂ ਇਸ ਵਕਤ ਵਿਦੇਸ਼ਾਂ ਦੇ ਵਿੱਚ ਉਡਾਰੀ ਭਰਨ ਦੇ ਚਾਹਵਾਨਾਂ ਦੀ ਗਿਣਤੀ ਥੋੜ੍ਹੀ ਨਹੀਂ ਬਹੁਤ ਹੈ। ਬਹੁਤ ਸਾਰੇ ਲੋਕਾਂ ਨੇ ਉਡਾਰੀ ਭਰੀ ਹੈ ਚੰਗੇ ਭਵਿੱਖ ਦੀ ਭਾਲ ਦੇ ਵਿੱਚ। ਪੰਜਾਬ ਦੇ ਵਿੱਚ ਯੋਗਤਾ ਮੁਤਾਬਕ ਨੌਕਰੀ ਨਹੀਂ ਮਿਲਦੀ, ਕਰਜ਼ਾ ਵਧੀ ਜਾਂਦਾ, ਜ਼ਿੰਦਗੀ ਦੀ ਸੁਰੱਖਿਆ ਘਟੀ ਜਾਂਦੀ ਹੈ, ਭਵਿੱਖ ਹਨੇਰਮਈ ਦਿਸਦਾ, ਜਿਹਦੇ ਕਰਕੇ ਲੋਕ ਮਜਬੂਰੀ ਦੇ ਵਿੱਚ ਆਪਣੇ ਧੀਆਂ ਪੁੱਤਾਂ ਨੂੰ ਪੜ੍ਹਾਈ ਦੇ ਨਾਂ ਦੇ ਉੱਤੇ ਜ਼ਮੀਨਾਂ ਵੇਚ ਕੇ, ਸ਼ਾਹੂਕਾਰਾਂ ਤੋਂ ਕਰਜ਼ਾ ਚੱਕ ਕੇ, ਬੈਂਕਾਂ ਤੋਂ ਵਿਆਜ ਤੇ ਲੈ ਕੇ ਪੈਸਾ ਤੇ ਆਪਣੇ ਧੀਆਂ ਪੁੱਤਾਂ ਨੂੰ ਬਾਹਰ ਭੇਜਦੇ। ਕਿਸੇ ਦਾ ਚਿੱਤ ਨਹੀਂ ਕਰਦਾ ਕਿ ਆਪਦੇ ਧੀਆਂ ਪੁੱਤਾਂ ਨੂੰ ਬਾਹਰ ਭੇਜ ਗਏ, ਪਰ ਮਜਬੂਰੀਆਂ ਇਹੋ ਜਿਹਾ ਰਾਹ ਰੋਕੀ ਖੜੀਆਂ, ਇਹੋ ਜਿਹਾ ਘੇਰਾ ਘੱਤੀ ਖੜੀਆਂ ਵੀ ਭੇਜਣਾ ਪੈਂਦਾ। ਤੇ ਉਸ ਤੋਂ ਬਾਅਦ ਬਾਕੀ ਟੱਬਰ ਦੀ ਵੀ ਜੂਨ ਸੰਵਰ ਜਾਵੇ, ਹਰ ਕਿਸੇ ਦੀ ਇਹ ਇੱਛਾ ਹੈਗੀ ਆ। ਪਰ ਹੈਰਾਨੀ ਵਾਲੀ ਰਿਪੋਰਟ ਇੱਕ ਆਈ ਹੈ, ਉਹ ਇਹ ਆ ਕਿ ਪਿਛਲੇ 7 ਸਾਲਾਂ ਦੇ ਵਿੱਚ 54 ਲੱਖ ਦੇ ਕਰੀਬ ਨਵੇਂ ਪਾਸਪੋਰਟ ਪੰਜਾਬ ਦੇ ਵਿੱਚ ਬਣੇ ਆ। ਪੰਜਾਬ ਦੇ ਵਿੱਚ 55 ਲੱਖ ਦੇ ਕਰੀਬ ਘਰ ਆ। ਲਗਭਗ ਆਬਾਦੀ ਪੰਜਾਬ ਦੀ 3 ਕਰੋੜ ਆ, ਜਾਂ ਥੋੜ੍ਹੀ ਬਹੁਤੀ ਵੱਧ ਘੱਟ ਕਹਿ ਸਕਦੇ ਹਾਂ, ਲਗਭਗ ਇਹ। ਤੇ 55 ਲੱਖ ਦੇ ਕਰੀਬ ਘਰ ਆ ਤੇ 54 ਲੱਖ ਪਿਛਲੇ 7 ਵਰ੍ਹਿਆਂ ਦੇ ਵਿੱਚ ਪਾਸਪੋਰਟ ਬਣੇ ਆ। ਮਤਲਬ ਇਹ ਆ ਕਿ ਪਿਛਲੇ 7 ਵਰ੍ਹਿਆਂ ਦੇ ਵਿੱਚ ਔਸਤਨ ਹਰ ਘਰ ਦੇ ਵਿੱਚ ਇੱਕ ਜਣੇ ਦਾ ਪਾਸਪੋਰਟ ਜ਼ਰੂਰ ਬਣਿਆ। ਤੇ ਪਾਸਪੋਰਟ ਬਣਾਉਣ ਦਾ ਮਤਲਬ ਇਹ ਹੈ ਕਿ ਹਰ ਕੋਈ ਇੱਥੋਂ ਬਾਹਰ ਜਾਣਾ ਚਾਹੁੰਦਾ। ਤੇ ਮਤਲਬ ਇਹ ਵੀ 55 ਲੱਖ ਲੋਕ ਤਾਂ ਅੱਜ ਹੀ ਚਾਹੁੰਦਾ ਕਿ ਜੇਕਰ ਮੈਨੂੰ ਜਹਾਜ਼ ਦੇ ਵਿੱਚ ਬਹਿਣ ਦਾ ਮੌਕਾ ਮਿਲ ਜੇ ਤਾਂ ਮੈਂ ਪੰਜਾਬ ਦੇ ਵਿੱਚੋਂ ਨਿਕਲ ਜਾ। ਇਹ ਕਿਉਂ ਨਿਕਲ ਜਾ ਸੋਚਦੇ ਆ, ਆਪਾਂ ਜਾਣਦੇ ਹੀ ਆ। ਕਿਸੇ ਦਾ ਚਿੱਤ ਕਰਦਾ ਕਿ ਆਪਣੇ ਮਾਪਿਆਂ ਨੂੰ ਇੱਥੇ ਛੱਡ ਕੇ ਜਾਗੇ, ਕਿਸੇ ਦਾ ਜੀ ਕਰਦਾ ਕਿ ਆਪਣੀ ਜ਼ਮੀਨ ਇੱਥੇ ਛੱਡ ਕੇ ਜਾਗੇ, ਕਿਸੇ ਦਾ ਚਿੱਤ ਕਰਦਾ ਕਿ ਮੈਂ ਉਹਨਾਂ ਗਲੀਆਂ ਨੂੰ ਛੱਡ ਕੇ ਜਾਵਾਂ ਜਿਨ੍ਹਾਂ ਦੇ ਵਿੱਚ ਮੇਰਾ ਬਚਪਨ ਬੀਤਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਪਾਸਪੋਰਟਾਂ ਦਾ ਹੜ੍ਹ ਵੇਖ ਕੇ ਲੱਗਦਾ ਕਿ ਇਸ ਮਾਮਲੇ ਵਿੱਚ ਪੰਜਾਬੀਆਂ ਦੀ ਕੋਈ ਰੀਸ ਨਹੀਂ ਹੈ। ਪੰਜਾਬ ਦੇ ਲਗਭਗ 55 ਲੱਖ ਘਰ ਨੇ ਤੇ ਲੰਘੇ 7 ਵਰ੍ਹਿਆਂ ਦੇ ਵਿੱਚ 54 ਲੱਖ ਤੇ 36,000 ਨਵੇਂ ਪਾਸਪੋਰਟ ਬਣੇ ਨੇ। ਯਾਨੀ ਕਿ ਤਕਰੀਬਨ ਹਰ ਘਰ ਦੇ ਵਿੱਚ ਇੱਕ ਵਿਅਕਤੀ ਦੇ ਕੋਲੇ ਪਾਸਪੋਰਟ ਹੈ।
ਦੱਸਣਯੋਗ ਆ ਕਿ ਜਦੋਂ ਤੋਂ ਵਿਦੇਸ਼ਾਂ ਦੇ ਵਿੱਚ ਸਟੱਡੀ ਵੀਜ਼ਾ ਦੇ ਰਾਹ ਖੁੱਲ੍ਹੇ ਨੇ, ਉਦੋਂ ਤੋਂ ਪੰਜਾਬ ਦੇ ਵਿੱਚ ਧੜਾ ਧੜ ਨਵੇਂ ਪਾਸਪੋਰਟ ਬਣ ਰਹੇ ਨੇ। ਉੱਤਰੀ ਭਾਰਤ ਦੇ ਵਿੱਚੋਂ ਪੰਜਾਬ ਨੇ ਇਸ ਮਾਮਲੇ 'ਚ ਪਹਿਲਾ ਨੰਬਰ ਹਾਸਲ ਕੀਤਾ ਹੈ। 1 ਜਨਵਰੀ 2014 ਤੋਂ ਲੈ ਕੇ ਫਰਵਰੀ 2021 ਤੱਕ ਪੰਜਾਬ ਦੇ ਵਿੱਚ 54 ਲੱਖ ਤੇ 36,000 ਨਵੇਂ ਪਾਸਪੋਰਟ ਬਣੇ ਨੇ। ਕੇਂਦਰੀ ਵਿਦੇਸ਼ ਵਿਭਾਗ ਦੇ ਵੇਰਵਿਆਂ ਮੁਤਾਬਕ ਪੰਜਾਬ ਦੇ ਵਿੱਚ ਲੰਘੇ ਵਰ੍ਹੇ 2020 ਦੇ ਵਿੱਚ 4,82,000 ਪਾਸਪੋਰਟ ਬਣੇ, ਜਦ ਕਿ 2019 ਦੇ ਵਿੱਚ 9,46,000 ਪਾਸਪੋਰਟ ਬਣੇ। ਇਸ ਲਿਹਾਜ਼ ਨਾਲ ਵੇਖੀਏ ਤਾਂ ਪੰਜਾਬ ਦੇ ਵਿੱਚ ਮਹਾਮਾਰੀ ਕਰਕੇ ਪਾਸਪੋਰਟ ਬਣਨ ਦੀ ਰਫ਼ਤਾਰ 50% ਥੱਲੇ ਆਈ। 2019 ਦੇ ਵਿੱਚ ਔਸਤਨ ਹਰ ਰੋਜ਼ 2593 ਪਾਸਪੋਰਟ ਬਣਦੇ ਸਨ ਤੇ 2020 ਦੇ ਵਿੱਚ ਔਸਤਨ ਹਰ ਰੋਜ਼ 1300 ਤੇ 21 ਪਾਸਪੋਰਟ ਬਣਨ ਲੱਗੇ। ਚਾਲੂ ਵਰ੍ਹੇ ਦੇ ਪਹਿਲੇ 2 ਮਹੀਨਿਆਂ ਵਿੱਚ 90,791 ਪਾਸਪੋਰਟ ਪੰਜਾਬ ਦੇ ਵਿੱਚ ਬਣੇ ਤੇ ਬੇਸ਼ੱਕ ਸਮੁੱਚੇ ਭਾਰਤ ਦੇ ਵਿੱਚ ਨਵੇਂ ਪਾਸਪੋਰਟ ਬਣਨ ਦੀ ਗਿਣਤੀ ਨੂੰ ਬ੍ਰੇਕ ਲੱਗੀ ਹੈ, ਪਰ ਪੰਜਾਬ ਦੇ ਵਿੱਚ ਫਿਰ ਵੀ ਬਾਕੀ ਸੂਬਿਆਂ ਦੇ ਮੁਕਾਬਲਤਨ ਵੱਧ ਪਾਸਪੋਰਟ ਬਣ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਨੂੰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਹੋਰ ਵਧੂਗੀ, ਭਾਵੇਂ ਕੋਈ ਖਾੜੀ ਦੇਸ਼ਾਂ ਵੱਲ ਜਾਵੇ ਤੇ ਭਾਵੇਂ ਕੋਈ ਵਿਕਸਿਤ ਮੁਲਕਾਂ ਦੇ ਵੱਲ ਜਾਵੇ। ਜਦੋਂ ਬੰਦੇ ਨੂੰ ਇੱਥੇ ਕੁਝ ਨਹੀਂ ਲੱਭਦਾ ਤਾਂ ਉਹਦਾ ਚਿੱਤ ਕਰਦਾ ਕਿ ਮੈਂ ਕਿਸੇ ਵੀ ਹੋਰ ਥਾਂ ਤੇ ਜਾਵਾਂ ਜਿੱਥੇ 4 ਰੁਪਏ ਜੁੜ ਜਾਣ, ਮੈਂ ਕਰਜ਼ਾ ਚੱਕ ਕੇ ਜਾਵਾਂ ਉੱਥੇ ਮੇਰਾ ਕਰਜ਼ਾ ਲੈ ਜੂ, ਪਰ ਜੇਕਰ ਮੈਂ ਇੱਥੇ ਹੀ ਕਮਾਈ ਗਿਆ, ਇੱਥੇ ਹੀ ਖਾਈ ਗਿਆ, ਇੱਥੇ ਹੀ ਲਾਈ ਗਿਆ ਤਾਂ ਖੂਹ ਦੀ ਮਿੱਟੀ ਖੂਹ ਨੂੰ ਲਾਉਣ ਵਾਲੀ ਗੱਲ ਹੈ। ਜੇਕਰ ਸਾਡੀਆਂ ਸਰਕਾਰਾਂ ਨੇ ਯੋਗਤਾ ਦੇ ਮੁਤਾਬਕ ਰੁਜ਼ਗਾਰ ਪੈਦਾ ਕੀਤਾ ਹੋਵੇ, ਜੇਕਰ ਕਿਸਾਨੀ ਖੁਸ਼ਹਾਲ ਹੋਵੇ, ਜੇਕਰ ਬਜ਼ੁਰਗ ਖੁਸ਼ਹਾਲ ਹੋਣ, ਜੇਕਰ ਜਵਾਨੀ ਨੂੰ ਕਿਸੇ ਕਿਸਮ ਦਾ ਫਿਕਰ ਨਾ ਹੋਵੇ, ਤੇ ਸਭ ਤੋਂ ਵੱਧ ਗੱਲ ਇਹ ਹੈ ਕਿ ਜੇਕਰ ਕਿਸੇ ਨੂੰ ਇਹ ਜਾਪਦਾ ਹੋਵੇ ਕਿ ਮੇਰੀ ਜ਼ਿੰਦਗੀ ਸੁਰੱਖਿਅਤ ਆ, ਕਿਉਂਕਿ ਇੱਥੇ ਹਰ ਚੀਜ਼ ਦੇ ਵਿੱਚ ਮਿਲਾਵਟ ਚੱਲ ਰਹੀ ਹੈ। ਜੇਕਰ ਥਾਣੇ ਦੇ ਵਿੱਚ ਕੰਮ ਪੈ ਗਿਆ, ਰਿਸ਼ਵਤ ਚੱਲਦੀ ਹੈ, ਕਿਸੇ ਵੀ ਮਹਿਕਮੇ 'ਚ ਚਲੇ ਜਾਓ ਭ੍ਰਿਸ਼ਟਾਚਾਰ ਸਿਖਰ ਦੇ ਉੱਤੇ ਆ, ਪਤਾ ਕੋਈ ਨਹੀਂ ਕਦੋਂ ਤੁਹਾਨੂੰ ਕੁੱਤਾ ਖਾ ਜਾਵੇ ਤੇ ਕਦੋਂ ਤੁਹਾਨੂੰ ਜਿਹੜਾ ਅਵਾਰਾ ਪਸ਼ੂ ਦੇ ਵੱਲੋਂ ਮਾਰ ਦਿੱਤਾ ਜਾਵੇ, ਪਤਾ ਕੋਈ ਨਹੀਂ ਸੜਕ ਦੇ ਉੱਤੇ ਕਦੋਂ ਹਾਦਸਾ ਵਾਪਰ ਜਾਵੇ, ਪਤਾ ਕੋਈ ਨਹੀਂ ਤੁਹਾਡੇ ਉੱਤੇ ਝੂਠਾ ਪਰਚਾ ਕੌਣ ਦਰਜ ਕਰਾ ਦੇਵੇ, ਪਤਾ ਕੋਈ ਨਹੀਂ ਧੀ ਭੈਣ ਨਾਲ ਬਦਤਮੀਜ਼ੀ ਕੌਣ ਕਰ ਜੇ, ਪਤਾ ਕੋਈ ਨਹੀਂ ਗੈਂਗਸਟਰ ਕਦੋਂ ਕੀ ਕਾਰਨਾਮਾ ਕਰ ਜਾਣ। ਸੋ ਇਸ ਕਰਕੇ ਲੋਕ ਡਰਦੇ ਬਾਹਰ ਨੂੰ ਭੱਜਦੇ ਆ। ਚਾਹੀਦਾ ਇਹ ਹੈ ਕਿ ਗੁਰੂਆਂ, ਪੀਰਾਂ, ਫਕੀਰਾਂ, ਪੈਗੰਬਰਾਂ ਦਾ ਵਰਸਾਇਆ ਹੋਇਆ ਪੰਜਾਬ ਪਹਿਲਾਂ ਵਰਗਾ ਖੁਸ਼ਹਾਲ ਹੋਵੇ, ਪਰ ਦੁੱਧ ਦੀਆਂ ਨਦੀਆਂ ਵਾਲਾ ਪੰਜਾਬ ਅੱਜ ਕਿਹੋ ਜਿਹੀਆਂ ਨਦੀਆਂ ਦੇ ਵਿੱਚ ਡੁੱਬ ਗਿਆ, ਇਹਦੇ ਬਾਰੇ ਆਪਾਂ ਜਾਣਦੇ ਹਾਂ। ਰੰਗਲੇ ਪੰਜਾਬ ਨੂੰ ਕੰਗਲਾ ਕਿਹਨੇ ਕੀਤਾ ਤੇ ਕਿਉਂ ਕੀਤਾ, ਇਹਦੇ ਬਾਬਤ ਜਾਣਦੇ ਸਾਰਾ ਕੁਝ ਆਪਾਂ, ਪਰ ਫਿਰ ਉਹਨਾਂ ਹੀ ਪੁਚਲਿਆਵਾਂ ਦੇ ਵਿੱਚ ਆ ਜਾਂਦੇ ਹਾਂ ਜਿਹੜੇ ਪੁਚਲਿਆਵਾਂ ਦੇ ਵਿੱਚ ਆਉਣ ਕਰਕੇ ਅਸੀਂ ਪੰਜਾਬ ਦਾ ਨੁਕਸਾਨ ਅੱਜ ਤੱਕ ਕਰੀ ਗਏ ਹਾਂ ਤੇ ਕਰ ਵੀ ਰਹੇ ਹਾਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।